ਮੈਂ ਇੱਕ ਛੋਟੇ ਜਿਹੇ ਪਿੰਡ 'ਚ ਰਹਿੰਦਾ ਸੀ। ਪਿੰਡ ਵਿੱਚ ਛੋਟਾ ਮੋਟਾ ਕੰਮ ਕਰ ਗੁਜ਼ਾਰਾ ਕਰਦਾ ਸੀ। ਪਿੰਡ ਵਿੱਚ ਜ਼ਿਆਦਾ ਵੱਡੇ ਕੰਮ ਤੇ ਚੰਗੇ ਪੈਸੇ ਨਾ ਮਿਲਣ ਕਰਕੇ ਮੈਂ ਸ਼ਹਿਰ ਆ ਗਿਆ। ਉੱਥੇ ਮੈਨੂੰ ਮੇਰੇ ਇੱਕ ਮਿੱਤਰ ਨੇ ਬੁਲਾਇਆ ਸੀ, ਪਰ ਜਦੋਂ ਮੈਂ ਸ਼ਹਿਰ ਪਹੁੰਚਿਆ ਤਾਂ ਉਸ ਦਾ ਫੋਨ ਨਾ ਲੱਗਿਆ। ਉਹ ਵੀ ਪਾਸਾ ਵੱਟ ਗਿਆ ਮੇਰੇ ਤੋਂ। ਸ਼ਹਿਰ 'ਚ ਨੌਕਰੀ ਲੱਭਣ ਦੇ ਚੱਕਰ ਵਿੱਚ ਮੈਂ ਭਟਕਦਾ ਫਿਰਦਾ ਸੀ। ਜਦੋਂ ਮੈਨੂੰ ਕੋਈ ਨੌਕਰੀ ਨਾ ਮਿਲੀ ਤਾਂ ਮੈਂ ਆਪਣੇ ਨਾਲ ਲਿਆਂਦੇ ਹੋਏ ਪੈਸੇ ਨਾਲ ਮੈਂ ਸੜਕ 'ਤੇ ਚੱਲਦੀ ਫਿਰਦੀ ਦੁਕਾਨ ਖੋਲ੍ਹ ਲਈ। ਮੈਂ ਛੋਟੇ ਕੰਮ ਤੋਂ ਸਭ ਸ਼ੁਰੂ ਕੀਤਾ ਤੇ ਮਿਹਨਤ ਕਰ ਇੱਕ ਚਾਹ ਦਾ ਛੋਟਾ ਜਿਹਾ ਹੋਟਲ ਖੋਲ੍ਹਿਆ ਤੇ ਰੱਬ ਨੇ ਮੇਰਾ ਸਾਥ ਦਿੱਤਾ ਤੇ ਮੈਂ ਹੋਰ ਤਰੱਕੀ ਕੀਤੀ ਤੇ ਦੇਖਦੇ ਹੀ ਦੇਖਦੇ ਮੇਰਾ ਚਾਹ ਦਾ ਹੋਟਲ ਇੱਕ ਰੈਸਟੋਰੈਂਟ ਵਿੱਚ ਬਦਲ ਗਿਆ। ਮੇਰਾ ਰੈਸਟੋਰੈਂਟ ਬਹੁਤ ਵਧੀਆ ਚੱਲਦਾ ਸੀ। ਹਰ ਟਾਈਮ ਲੋਕਾਂ ਦੀ ਭੀੜ ਲੱਗੀ ਰਹਿੰਦੀ। ਮੈਂ ਅੱਜ ਦੇ ਜ਼ਮਾਨੇ ਦੇ ਲੋਕਾਂ ਦੇ ਮੁਤਾਬਕ ਰੈਸਟੋਰੈਂਟ ਵਿੱਚ ਛੋਟੇ ਛੋਟੇ ਕੈਬਿਨ ਬਣਵਾ ਦਿੱਤੇ, ਜਿੱਥੇ ਮੁੰਡੇ ਕੁੜੀਆਂ ਮੁਲਾਕਾਤ ਕਰਿਆ ਕਰਦੇ ਸੀ। ਕੈਬਿਨ ਦੇ ਅੰਦਰ ਮੈਂ ਕੈਮਰੇ ਵੀ ਲਗਵਾਏ ਹੋਏ ਸੀ। ਰਾਤ ਵਿੱਚ ਮੈਂ ਮਜ਼ੇ ਨਾਲ ਬੈਠ ਕੇ ਉਹਨਾਂ ਦੀਆਂ ਮੁਲਾਕਾਤਾਂ ਦਾ ਮੰਜ਼ਰ ਦੇਖਦਾ ਰਹਿੰਦਾ। ਘੱਟ ਉਮਰ ਦੇ ਮੁੰਡੇ ਕੁੜੀਆਂ ਸਾਰੀਆਂ ਹੱਦਾਂ ਪਾਰ ਕਰਕੇ ਜਜ਼ਬਾਤ ਦੇ ਰੂਪ ਵਿੱਚ ਵਹਿ ਰਹੇ ਹੁੰਦੇ ਸੀ ਤਾਂ ਮੈਂ ਵੀ ਸੋਚਣ ਲੱਗਦਾ ਕਿ ਇਹ ਲੋਕ ਕਿੰਨੇ ਬੇਵਕੂਫ ਨੇ। ਮੈਂ ਹਰ ਰਾਤ ਆਪਣੇ ਰੈਸਟੋਰੈਂਟ ਦੇ ਕੈਬਿਨ ਵਿੱਚ ਬੈਠ ਕੇ ਬਹੁਤ ਸਾਰੇ ਵੀਡੀਓ ਦੇਖਦਾ ਰਹਿੰਦਾ। ਜੋ ਛੋਟੇ ਜਿਹੇ ਕੈਬਿਨ ਵਿੱਚ ਬੈਠ ਕੇ ਪਿਆਰ ਦੇ ਨਾਮ 'ਤੇ ਉਹ ਸਭ ਕੁਝ ਹੁੰਦਾ ਜੋ ਮੈਂ ਕਦੇ ਸੋਚਿਆ ਵੀ ਨਹੀਂ ਸੀ। ਮੈਂ ਆਪਣੇ ਘਰ ਵਾਲਿਆਂ ਤੋਂ ਦੂਰ ਇਕੱਲਾ ਜ਼ਿੰਦਗੀ ਬਿਤਾ ਰਿਹਾ ਸੀ ਤੇ ਇਸ ਕਰਕੇ ਮੈਨੂੰ ਅੰਦਰ ਇਕੱਲਾਪਨ ਫੀਲ ਹੋਣ ਲੱਗਾ। ਇਸ ਕਰਕੇ ਮੈਂ ਇਹਨਾਂ ਵੀਡੀਓ ਦੇ ਜ਼ਰੀਏ ਆਪਣਾ ਇਕੱਲਾਪਨ ਦੂਰ ਕਰ ਲੈਂਦਾ। ਕਦੇ ਕਦੇ ਮੇਰਾ ਵੀ ਦਿਲ ਕਰਦਾ ਕਿ ਮੈਨੂੰ ਵੀ ਕੋਈ ਇਹੋ ਜਿਹਾ ਮਿਲ ਜਾਵੇ ਜਿਸ ਨਾਲ ਮੈਂ ਆਪਣੀ ਤਨਹਾਈ ਨੂੰ ਮਿਟਾ ਕੇ ਇਸ ਤੋਂ ਬਾਹਰ ਨਿਕਲ ਸਕਾਂ, ਪਰ ਸ਼ਾਇਦ ਮੇਰੀ ਕਿਸਮਤ ਵਿੱਚ ਕਿਸੇ ਦਾ ਸਾਥ ਨਹੀਂ ਲਿਖਿਆ ਸੀ। ਇੱਕ ਦਿਨ ਮੈਂ ਆਪਣੇ ਜਜ਼ਬਾਤਾਂ ਤੋਂ ਮਜਬੂਰ ਹੋ ਕੇ ਇਹੋ ਜਿਹਾ ਕੰਮ ਕਰ ਦਿੱਤਾ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਰੈਸਟੋਰੈਂਟ ਲੋਕਾਂ ਨਾਲ ਬਹੁਤ ਭਰਿਆ ਰਹਿੰਦਾ ਸੀ। ਇਸ ਵਿੱਚ ਇੱਕ ਕੁੜੀ ਰੋਜ਼ ਖਾਣਾ ਖਾਣ ਆਉਂਦੀ ਤੇ ਭੀੜ ਦਾ ਫਾਇਦਾ ਚੁੱਕ ਕੇ ਬਿਨਾਂ ਪੈਸੇ ਦਿੱਤੇ ਚਲੀ ਜਾਂਦੀ। ਪਰ ਇਹ ਗੱਲ ਨਹੀਂ ਸੀ ਕਿ ਮੈਨੂੰ ਕੁਝ ਪਤਾ ਹੀ ਨਹੀਂ ਸੀ, ਪਰ ਮੈਂ ਇਹ ਸੋਚ ਕੇ ਉਸ ਨੂੰ ਨਜ਼ਰ ਅੰਦਾਜ਼ ਕਰ ਦਿੰਦਾ ਕਿ ਮੇਰਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ। ਕਿਸੇ ਇੱਕ ਦੇ ਪੈਸੇ ਨਾ ਦੇਣ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਸ਼ਾਇਦ ਉਹ ਗਰੀਬ ਤੇ ਮਜਬੂਰ ਕੁੜੀ ਸੀ ਜੋ ਮੈਨੂੰ ਪੈਸੇ ਨਹੀਂ ਦਿੰਦੀ ਸੀ। ਮੇਰੇ ਰੈਸਟੋਰੈਂਟ ਤੇ ਬਹੁਤ ਸਾਰੇ ਵੇਟਰ ਵੀ ਕੰਮ ਕਰਦੇ ਸੀ। ਮੇਰਾ ਜ਼ਿਆਦਾਤਰ ਕੰਮ ਦੇਖ ਰੇਖ ਕਰਨ ਦਾ ਸੀ। ਇਸ ਕਰਕੇ ਮੈਨੂੰ ਇਹ ਗੱਲ ਪਤਾ ਸੀ ਕਿ ਉਹ ਹਮੇਸ਼ਾ ਵੇਟਰ ਨੂੰ ਚਕਮਾ ਦੇ ਕੇ ਨਿਕਲ ਜਾਂਦੀ ਸੀ। ਉਹ ਸੋਹਣੀ ਤੇ ਸੁਸ਼ੀਲ ਕੁੜੀ ਸੀ। ਕੁਝ ਦਿਨਾਂ ਤੋਂ ਮੇਰੇ ਅੰਦਰ ਇਹੋ ਜਿਹੇ ਜਜ਼ਬਾਤ ਪੈਦਾ ਹੋਏ ਸੀ ਕਿ ਮੈਂ ਉਸ ਕੁੜੀ ਨੂੰ ਕਿਸੇ ਹੋਰ ਹੀ ਨਜ਼ਰ ਨਾਲ ਦੇਖਦਾ ਸੀ। ਇੱਕ ਦਿਨ ਜਦੋਂ ਹੀ ਉਹ ਰੈਸਟੋਰੈਂਟ ਆ ਕੇ ਬੈਠੀ ਤਾਂ ਮੈਂ ਉਸ ਨੂੰ ਕਿਹਾ ਕਿ ਉਹ ਲਾਸਟ ਕੈਬਿਨ 'ਤੇ ਜਾ ਕੇ ਬੈਠੇ, ਮੈਂ ਉੱਥੇ ਹੀ ਖਾਣਾ ਭਿਜਵਾ ਦਿੰਨਾ। ਮੇਰੇ ਗੱਲ ਸੁਣ ਕੇ ਉਹ ਘਬਰਾ ਗਈ ਤੇ ਕਹਿਣ ਲੱਗੀ, ਨਹੀਂ, ਇਸ ਦੀ ਜ਼ਰੂਰਤ ਨਹੀਂ ਹੈ, ਉਹ ਇੱਥੇ ਹੀ ਟੇਬਲ 'ਤੇ ਬੈਠ ਕੇ ਖਾ ਲਵੇਗੀ। ਮੈਂ ਉਸ ਨੂੰ ਕਿਹਾ ਕਿ ਮੈਂ ਜਾਣਦਾ ਹਾਂ ਕਿ ਉਹ ਬਿਨਾਂ ਪੈਸੇ ਦਿੱਤੇ ਖਾਣਾ ਖਾਂਦੀ ਹੈ ਤੇ ਮੈਨੂੰ ਇਸ ਗੱਲ ਤੋਂ ਕੋਈ ਇਤਰਾਜ਼ ਵੀ ਨਹੀਂ। ਮੈਂ ਕਿਹਾ, ਜੇ ਤੂੰ ਉਸ ਕੈਬਿਨ ਵਿੱਚ ਜਾ ਕੇ ਬੈਠ ਜਾਵੇਂਗੀ ਤਾਂ ਇਸ ਤੋਂ ਵੀ ਚੰਗਾ ਖਾਣਾ ਲਗਾ ਕੇ ਦੇਵਾਂਗਾ। ਹਮੇਸ਼ਾ ਦੀ ਤਰ੍ਹਾਂ ਕਿਸੇ ਨੂੰ ਪਤਾ ਵੀ ਨਹੀਂ ਚੱਲੇਗਾ ਕਿ ਉਸਨੇ ਪੈਸੇ ਨਹੀਂ ਦਿੱਤੇ। ਮੇਰੀ ਗੱਲ ਸੁਣ ਕੇ ਉਸ ਦਾ ਚਿਹਰਾ ਖਿਲ ਗਿਆ। ਉਹ ਖੁਸ਼ੀ ਕੈਬਿਨ 'ਤੇ ਚਲੀ ਗਈ। ਉਹਨੂੰ ਖੁਸ਼ ਵੇਖ ਕੇ ਮੇਰੇ ਵੀ ਚਿਹਰੇ 'ਤੇ ਖੁਸ਼ੀ ਆ ਗਈ। ਉਹ ਬਹੁਤ ਖੂਬਸੂਰਤ ਸੀ, ਗੋਰੀ ਚਿੱਟੀ, ਮੋਟੀਆਂ ਮੋਟੀਆਂ ਅੱਖਾਂ ਸੀ ਜੋ ਸ਼ਾਇਦ ਅੱਜ ਮੇਰਾ ਸ਼ਿਕਾਰ ਬਣਨ ਜਾ ਰਹੀ ਸੀ। ਮੈਂ ਚੰਗਾ ਜਿਹਾ ਖਾਣਾ ਬਣਵਾਇਆ ਤੇ ਉਸ ਦੇ ਕੋਲ ਚਲਾ ਗਿਆ। ਮੈਂ ਉਸ ਨੂੰ ਕਿਹਾ ਕਿ ਉਹ ਆਰਾਮ ਨਾਲ ਖਾਣਾ ਖਾ ਸਕਦੀ ਹੈ। ਉਹ ਇੰਨਾ ਸਾਰਾ ਖਾਣਾ ਦੇਖ ਕੇ ਬਹੁਤ ਖੁਸ਼ ਹੋਈ। ਮੈਂ ਚੋਰੀ ਉਸ ਦੇ ਖਾਣੇ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ ਸੀ। ਮੈਂ ਉਸ ਨੂੰ ਸਭ ਤੋਂ ਆਖਰੀ ਕੈਬਿਨ 'ਤੇ ਬਿਠਾਇਆ, ਜਿੱਥੋਂ ਇੱਕ ਦਰਵਾਜ਼ਾ ਕਮਰੇ ਵੱਲ ਨੂੰ ਖੁੱਲ੍ਹਦਾ ਸੀ। ਮੇਰਾ ਕਮਰਾ ਰੈਸਟੋਰੈਂਟ ਦੇ ਪਿੱਛੇ ਹੀ ਸੀ। ਕਿਉਂਕਿ ਮੈਂ ਇਕੱਲਾ ਹੀ ਰਹਿੰਦਾ ਸੀ, ਇਸ ਕਰਕੇ ਮੈਂ ਆਪਣੇ ਰਹਿਣ ਦਾ ਜੁਗਾੜ ਵੀ ਰੈਸਟੋਰੈਂਟ ਦੇ ਨਾਲ ਹੀ ਕਰ ਲਿਆ। ਨੀਂਦ ਦੀਆਂ ਗੋਲੀਆਂ ਵਾਲਾ ਖਾਣਾ ਖਾ ਉਹ ਕੁਝ ਹੀ ਟਾਈਮ ਬਾਅਦ ਬੇਹੋਸ਼ ਹੋ ਗਈ। ਮੈਂ ਵੇਟਰ ਨੂੰ ਕਿਹਾ ਕਿ ਮੈਂ ਕੈਬਿਨ ਦੇ ਰਸਤੇ ਆਪਣੇ ਕਮਰੇ ਵਿੱਚ ਕਿਸੇ ਕੰਮ ਤੋਂ ਜਾ ਰਿਹਾ ਹਾਂ, ਇਸ ਕਰਕੇ ਕੈਬਿਨ ਨੂੰ ਵੀ ਅੰਦਰੋਂ ਲੌਕ ਕਰਕੇ ਜਾ ਰਿਹਾ ਹਾਂ, ਕਿਉਂਕਿ ਉੱਥੇ ਬਹੁਤ
ਹੀ ਭੀੜ ਦਾ ਸਮਾਂ ਸੀ, ਜਿਸ ਕਰਕੇ ਵੇਟ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਇਸ ਦੇ ਅੰਦਰ ਕੋਈ ਹੈ ਜਾਂ ਨਹੀਂ। ਮੈਂ ਕੈਬਿਨ ਵਿੱਚ ਵਾਪਸ ਆਇਆ ਤੇ ਕੈਬਿਨ ਨੂੰ ਅੰਦਰੋਂ ਲੌਕ ਕਰ ਦਿੱਤਾ। ਫਿਰ ਮੈਂ ਉਸ ਕੁੜੀ ਨੂੰ ਉੱਤੋਂ ਚੁੱਕਿਆ ਤੇ ਆਪਣੇ ਕਮਰੇ ਵਿੱਚ ਲੈ ਆਇਆ। ਮੈਂ ਹੋਟਲ ਦੇ ਕਮਰੇ ਵਿੱਚ ਦਾ ਦਰਵਾਜ਼ਾ ਵੀ ਚੰਗੀ ਤਰ੍ਹਾਂ ਬੰਦ ਕਰ ਦਿੱਤਾ। ਉਹ ਸੋਹਣੀ ਕੁੜੀ ਚੰਗੀ ਤਰ੍ਹਾਂ ਬੇਹੋਸ਼ ਹੋ ਗਈ ਸੀ। ਹਾਲੇ 16-17 ਸਾਲ ਦੀ ਹੀ ਸੀ। ਉਸ ਦੇ ਚਿਹਰੇ 'ਤੇ ਮਾਸੂਮੀਅਤ ਝਲਕ ਰਹੀ ਸੀ। ਇੱਕ ਟਾਈਮ ਤਾਂ ਮੈਨੂੰ ਉਸ 'ਤੇ ਤਰਸ ਆ ਗਿਆ। ਮੈਂ ਉਸ ਨੂੰ ਥਾਪੀ ਦੇ ਕੇ ਸਵਾ ਦਿੱਤਾ, ਪਰ ਅਗਲੇ ਹੀ ਪਲ ਸ਼ੈਤਾਨ ਫਿਰ ਤੋਂ ਹਾਵੀ ਹੋ ਗਿਆ ਤੇ ਉਸ ਦੀ ਖੂਬਸੂਰਤੀ ਮੈਨੂੰ ਆਪਣੇ ਵੱਲ ਖਿੱਚਣ ਲੱਗੀ। ਫਿਰ ਮੈਂ ਕੁਝ ਨਾ ਦੇਖਿਆ ਤੇ ਜਲਦੀ ਹੀ ਉਸ ਦੇ ਵਜੂਦ ਨਾਲ ਖੁਦ ਨੂੰ ਜੋੜਨ ਲੱਗਾ। ਉਹ ਕਿੰਨੀ ਤੇਜ਼ੀ ਨਾਲ ਗੁਜ਼ਰ ਰਿਹਾ ਸੀ, ਮੈਨੂੰ ਅਹਿਸਾਸ ਨਹੀਂ ਹੋ ਰਿਹਾ ਸੀ ਕਿ ਉਸ ਦਾ ਸਾਥ ਪਾ ਕੇ ਤਾਂ ਮੈਂ ਦੀਵਾਨਾ ਹੀ ਹੋ ਗਿਆ। ਮੈਂ ਤਾਂ ਰੱਬ ਨੂੰ ਵੀ ਭੁੱਲ ਗਿਆ ਜੋ ਉੱਪਰ ਬੈਠ ਕੇ ਮੈਨੂੰ ਦੇਖ ਰਿਹਾ ਸੀ। ਇਕੱਲੇਪਨ ਵਿੱਚ ਸ਼ੈਤਾਨ ਮੇਰੇ ਤੇ ਚੰਗੀ ਤਰ੍ਹਾਂ ਹਾਵੀ ਹੋ ਚੁੱਕਾ ਸੀ। ਮੈਂ ਇੱਕ ਪਲ ਲਈ ਵੀ ਇਹ ਨਹੀਂ ਸੋਚਿਆ ਕਿ ਉਹ ਕਿਸੇ ਘਰ ਦੀ ਇੱਜ਼ਤ ਹੈ। ਇੱਕ ਦਰਿੰਦੇ ਦੇ ਅੱਗੇ ਉਹ ਮਾਸੂਮ ਜਿਹੀ ਕੁੜੀ ਸ਼ਿਕਾਰ ਹੋ ਚੁੱਕੀ ਸੀ। ਇਹ ਸਭ ਉਦੋਂ ਸ਼ੁਰੂ ਹੋਇਆ ਸੀ ਜਦੋਂ ਪਿਛਲੇ ਕਈ ਸਾਲਾਂ ਤੋਂ ਮੁੰਡੇ ਕੁੜੀਆਂ ਨੂੰ ਇਸ ਤਰ੍ਹਾਂ ਇੱਕ ਦੂਸਰੇ ਨਾਲ ਗੁੰਮ ਹੁੰਦੇ ਦੇਖਿਆ। ਉਦੋਂ ਮੇਰੇ ਅੰਦਰ ਵੀ ਜਜ਼ਬਾਤ ਉੱਠਣ ਲੱਗੇ ਸੀ ਤੇ ਅੱਜ ਇਹ ਸਭ ਜੋ ਹੋ ਰਿਹਾ ਸੀ ਉਸ ਦਾ ਹੀ ਨਤੀਜਾ ਸੀ। ਮੈਂ ਕੁੜੀ ਦੇ ਇਕੱਲੇਪਨ ਤੇ ਗਰੀਬੀ ਦਾ ਫਾਇਦਾ ਚੁੱਕ ਕੇ ਉਸ ਦੀ ਇੱਜ਼ਤ ਨੂੰ ਚੰਗੀ ਤਰ੍ਹਾਂ ਲੁੱਟ ਲਿਆ। ਪਰ ਮੈਂ ਇੱਥੇ ਹੀ ਨਹੀਂ ਰੁਕਿਆ। ਮੈਂ ਉਸ ਦੀ ਬਹੁਤ ਸਾਰੀਆਂ ਫੋਟੋਆਂ ਵੀ ਬਣਾ ਦਿੱਤੀਆਂ। 2 ਘੰਟੇ ਬਾਅਦ ਜਦੋਂ ਉਸ ਨੂੰ ਹੋਸ਼ ਆਇਆ ਤੇ ਆਪਣੇ ਆਪ ਨੂੰ ਕਮਰੇ ਵਿੱਚ ਦੇਖ ਕੇ ਹੈਰਾਨ ਹੋ ਗਈ। ਉਹ ਫਟੀਆਂ ਅੱਖਾਂ ਨਾਲ ਕਦੇ ਖੁਦ ਨੂੰ ਦੇਖਦੀ ਤੇ ਕਦੇ ਮੇਰੇ ਵੱਲ ਦੇਖਦੀ। ਉਸਨੇ ਜਲਦੀ ਨਾਲ ਹੀ ਖੁਦ ਨੂੰ ਢੱਕ ਲਿਆ ਤੇ ਆਪਣਾ ਹਾਲ ਦੇਖ ਕੇ ਬੁਰੀ ਤਰ੍ਹਾਂ ਰੋਣ ਲੱਗੀ। ਜਦੋਂ ਮੈਨੂੰ ਲੱਗਾ ਕਿ ਉਹ ਰੌਲਾ ਪਾ ਕੇ ਸਭ ਨੂੰ ਇਕੱਠਾ ਕਰਨ ਲੱਗੀ ਹੈ ਤਾਂ ਮੈਂ ਉਸ ਦੇ ਮੂੰਹ 'ਤੇ ਪੱਟੀ ਬੰਨ੍ਹ ਦਿੱਤੀ। ਉਸ ਦੀ ਆਵਾਜ਼ ਨੂੰ ਉੱਥੇ ਹੀ ਬੰਦ ਕਰ ਦਿੱਤਾ। ਉਹ ਰੋਂਦੀ ਰਹੀ ਤੇ ਮੇਰੀਆਂ ਮਿੰਨਤਾਂ ਕਰਦੀ ਰਹੀ ਕਿ ਮੈਂ ਉਸ ਨੂੰ ਜਾਣ ਦੇਵਾਂ, ਪਰ ਮੈਂ ਇਹ ਸੋਚ ਕੇ ਡਰ ਰਿਹਾ ਸੀ ਕਿ ਉਹ ਬਾਹਰ ਜਾ ਕੇ ਲੋਕਾਂ ਨੂੰ ਕੁਝ ਦੱਸ ਨਾ ਦੇਵੇ। ਮੈਂ ਉਸ ਨੂੰ ਚੰਗੀ ਤਰ੍ਹਾਂ ਡਰਾਇਆ ਧਮਕਾਇਆ ਤੇ ਮੈਂ ਚਾਹਾਂ ਤਾਂ ਉਸ ਨੂੰ ਚੰਗੀ ਤਰ੍ਹਾਂ ਜਲੀਲ ਕਰ ਸਕਦਾ ਹਾਂ, ਸਾਰੇ ਜ਼ਮਾਨੇ ਵਿੱਚ ਬਦਨਾਮ ਵੀ ਕਰ ਸਕਦਾ ਹਾਂ। ਇਹ ਸਭ ਸੁਣ ਕੇ ਉਹ ਹੋਰ ਰੋਣ ਲੱਗੀ। ਮੈਂ ਉਸ ਨੂੰ ਪਕੜ ਕੇ ਚੁੱਕਿਆ ਤੇ ਚੁੱਪ ਕਰਾਉਣ ਲੱਗਾ। ਉਸ ਵਿਚਾਰੀ ਵਿੱਚ ਤਾਂ ਹਿੰਮਤ ਹੀ ਨਹੀਂ ਸੀ ਕਿ ਉਹ ਬਾਹਰ ਚਲੀ ਜਾਂਦੀ। ਉਹ ਪੂਰੀ ਤਰ੍ਹਾਂ ਲਾਚਾਰ ਸੀ। ਬਹੁਤ ਹੀ ਚੰਗੀ ਕੁੜੀ ਹੋਣੀ ਤਕਲੀਫ ਉਸ ਦੇ ਚਿਹਰੇ ਉੱਤੇ ਨਜ਼ਰ ਆ ਰਹੀ ਸੀ। ਮੈਂ ਹਾਲੇ ਵੀ ਉਸ ਨੂੰ ਘਰ ਨਹੀਂ ਜਾਣ ਦੇਣ ਚਾਹੁੰਦਾ ਸੀ, ਪਰ ਮੈਨੂੰ ਰੈਸਟੋਰੈਂਟ ਛੱਡ ਕੇ ਆਏ ਕਮਰੇ ਵਿੱਚ ਬਹੁਤ ਟਾਈਮ ਹੋ ਗਿਆ ਸੀ। ਜਲਦੀ ਹੀ ਮੈਂ ਉਸ ਨੂੰ ਕਮਰੇ ਵਿੱਚੋਂ ਦੂਸਰੇ ਪਾਸੋਂ ਬਾਹਰ ਨਿਕਾਲਿਆ ਤੇ ਮੈਂ ਰੈਸਟੋਰੈਂਟ ਚਲਾ ਗਿਆ। ਉਹ ਸਿਸਕਦੀ ਹੋਈ ਆਪਣੀ ਬਰਬਾਦੀ ਦਾ ਮਾਤਮ ਮਨਾਉਂਦੀ ਚਲੀ ਗਈ। ਉਸ ਦੇ ਅੰਦਰ ਤਾਂ ਇੰਨਾ ਹੌਸਲਾ ਵੀ ਨਹੀਂ ਬਚਿਆ ਸੀ ਕਿ ਉਹ ਮੇਰੇ ਕੋਲੋਂ ਮੇਰੇ ਕੀਤੇ ਦਾ ਹਿਸਾਬ ਮੰਗ ਸਕਦੀ। ਮੇਰੇ ਅੰਦਰ ਜੋ ਇੰਨੇ ਦਿਨਾਂ ਦੀ ਅੱਗ ਲੱਗੀ ਹੋਈ ਸੀ ਹੁਣ ਉਹ ਪਾਪ ਦੇ ਹੰਝੂਆਂ ਵਿੱਚ ਬਦਲ ਚੁੱਕੀ ਸੀ। ਮੈਂ ਹੋਟਲ ਵਿੱਚ ਵਾਪਸ ਆ ਕੇ ਕੰਮ 'ਤੇ ਲੱਗ ਗਿਆ। ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗਿਆ। ਸਾਰਾ ਦਿਨ ਜਦੋਂ ਮੈਂ ਆਪਣੇ ਕੰਮਾਂ ਤੋਂ ਖਾਲੀ ਹੋ ਕੇ ਜਦੋਂ ਮੈਂ ਆਪਣੇ ਕਮਰੇ ਵਿੱਚ ਗਿਆ ਤਾਂ ਫਿਰ ਉਹੀ ਖਿਆਲ ਮੇਰੇ ਦਿਮਾਗ ਵਿੱਚ ਆਉਣ ਲੱਗੇ। ਮੈਨੂੰ ਉਸ ਦਿਲ ਰੁਬਾ ਦੀ ਯਾਦ ਆਉਣ ਲੱਗੀ, ਪਰ ਹੁਣ ਉਹ ਮੇਰੀ ਪਹੁੰਚ ਤੋਂ ਬਹੁਤ ਦੂਰ ਸੀ। ਪਰ ਫਿਰ ਵੀ ਮੈਂ ਸੋਚ ਲਿਆ ਸੀ ਕਿ ਜਦੋਂ ਉਹ ਦੁਬਾਰਾ ਆਵੇਗੀ ਤਾਂ ਮੈਂ ਉਸ ਨੂੰ ਫੋਟੋਆਂ ਦਿਖਾ ਕੇ ਆਪਣੇ ਕਮਰੇ ਵਿੱਚ ਲੈ ਆਵਾਂਗਾ। ਸਾਰੀ ਰਾਤ ਮੈਂ ਬੇਚੈਨੀ ਨਾਲ ਕਰਵਟਾਂ ਲੈਂਦਾ ਰਿਹਾ। ਮੈਨੂੰ ਅਗਲੇ ਦਿਨ ਦਾ ਇੰਤਜ਼ਾਰ ਸੀ ਤੇ ਯਕੀਨ ਸੀ ਕਿ ਉਹ ਫਿਰ ਖਾਣਾ ਖਾਣ ਲਈ ਆਊਗੀ, ਪਰ ਮੇਰਾ ਇੰਤਜ਼ਾਰ ਕਰਨਾ ਬੇਕਾਰ ਸੀ ਕਿਉਂਕਿ ਉਹ ਨਹੀਂ ਆਈ। ਇੱਕ ਅਜੀਬ ਜਿਹੀ ਬੇਚੈਨੀ ਨੇ ਮੈਨੂੰ ਘੇਰ ਲਿਆ ਸੀ। ਮੈਂ ਸ਼ਾਮ ਤੱਕ ਉਸ ਦਾ ਇੰਤਜ਼ਾਰ ਕਰਦਾ ਰਿਹਾ, ਪਰ ਉਹ ਨਾ ਆਈ। ਦਿਨ ਤੇਜ਼ੀ ਨਾਲ ਲੰਘਣ ਲੱਗੇ, ਪਰ ਉਹ ਕੁੜੀ ਦੁਬਾਰਾ ਮੇਰੇ ਹੋਟਲ ਨਹੀਂ ਆਈ। ਮੈਂ ਉਸ ਦੀਆਂ ਫੋਟੋਆਂ ਦੇਖ ਕੇ ਹੀ ਦਿਲ ਬਹਿਲਾ ਲੈਂਦਾ। ਹੋਟਲ ਵਿੱਚ ਰੋਜ਼ ਘੱਟ ਉਮਰ ਦੇ ਜੋੜੇ ਆਉਂਦੇ ਤੇ ਉਹਨਾਂ ਦੀਆਂ ਵੀਡੀਓ ਮੇਰੇ ਅੰਦਰ ਹੋਰ ਖਵਾਇਸ਼ਾਂ ਪੈਦਾ ਕਰ ਦਿੰਦੀਆਂ। ਮੇਰਾ ਰੈਸਟੋਰੈਂਟ ਬਹੁਤ ਵਧੀਆ ਚੱਲ ਰਿਹਾ ਸੀ ਤੇ ਮੇਰੇ ਘਰਦਿਆਂ ਨੂੰ ਮੇਰੇ ਵਿਆਹ ਦਾ ਫਿਕਰ ਸਤਾਉਣ ਲੱਗਾ। ਮੰਮੀ ਪਿੰਡੋਂ ਸ਼ਹਿਰ ਆ ਗਈ। ਹੁਣ ਉਹ ਮੇਰਾ ਵਿਆਹ ਕਰਵਾ ਕੇ ਹੀ ਵਾਪਸ ਜਾਣ ਦੇ ਇਰਾਦੇ ਵਿੱਚ ਸੀ ਤੇ ਮੰਮੀ ਨੇ ਮੈਨੂੰ ਪੁੱਛਿਆ, ਤੂੰ ਕਿਵੇਂ ਦੀ ਕੁੜੀ ਨਾਲ ਵਿਆਹ ਕਰਾਉਣਾ ਹੈ? ਮੈਂ ਪਿੰਡ ਵਾਲਾ ਸੀ, ਜਿਸ ਕਰਕੇ ਮੈਨੂੰ ਇੱਕ ਇੱਜ਼ਤਦਾਰ ਕੁੜੀ ਚਾਹੀਦੀ ਸੀ ਤੇ ਮੈਂ ਮੰਮੀ ਨੂੰ ਸਾਫ਼ ਕਹਿ ਦਿੱਤਾ ਕਿ ਮੈਨੂੰ ਸ਼ਰੀਫ ਤੇ ਇੱਜ਼ਤਦਾਰ ਕੁੜੀ ਚਾਹੀਦੀ ਹੈ। ਮੰਮੀ ਨੇ ਮੈਨੂੰ ਪੁੱਛਿਆ ਕਿ ਜੇ ਤੈਨੂੰ ਕੋਈ ਕੁੜੀ ਪਸੰਦ ਹੈ ਤਾਂ ਤੂੰ ਦੱਸ ਦੇ, ਮੈਂ ਤੇਰਾ ਵਿਆਹ ਉਸ ਨਾਲ ਹੀ ਕਰਵਾ ਦੇਵਾਂਗੀ। ਥੋੜ੍ਹੀ ਦੇਰ ਵਾਸਤੇ ਤਾਂ ਮੇਰੀਆਂ ਅੱਖਾਂ ਸਾਹਮਣੇ ਉਸ ਕੁੜੀ ਦਾ ਸੁਪਨਾ ਆਇਆ, ਪਰ ਮੈਂ ਇੱਕ ਇਹੋ ਜਿਹੀ ਕੁੜੀ ਨਾਲ ਵਿਆਹ ਨਹੀਂ ਕਰ ਸਕਦਾ ਸੀ ਜੋ ਵਿਆਹ ਤੋਂ ਪਹਿਲਾਂ ਹੀ ਆਪਣੀ ਇੱਜ਼ਤ ਲੁਟਾ ਚੁੱਕੀ ਹੋਵੇ। ਮੇਰੇ ਤੋਂ ਇਲਾਵਾ
ਵੀ ਪਤਾ ਨਹੀਂ ਕਿੰਨੇ ਕੁ ਮਰਦਾਂ ਨੇ ਉਸ ਦੀ ਬੇਵਸੀ ਦਾ ਫਾਇਦਾ ਚੁੱਕਿਆ ਸੀ। ਮੈਂ ਮੰਮੀ ਨੂੰ ਕਿਹਾ, ਤੁਸੀਂ ਚੰਗੀ ਤਰ੍ਹਾਂ ਦੇਖ ਵੇਖ ਕੇ ਮੇਰੇ ਲਈ ਕੁੜੀ ਪਸੰਦ ਕਰ ਲਓ। ਅਗਲੇ 2 ਦਿਨਾਂ ਵਿੱਚ ਹੀ ਮੇਰੀ ਮੰਮੀ ਨੇ ਮੇਰਾ ਰਿਸ਼ਤਾ ਤੈਅ ਕਰ ਦਿੱਤਾ ਤੇ ਮੰਮੀ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਰਿਸ਼ਤਾ ਤੈਅ ਕਰ ਦਿੱਤਾ ਹੈ। ਮੈਂ ਹੈਰਾਨ ਹੋ ਗਿਆ ਕਿ ਮੰਮੀ ਨੂੰ ਸ਼ਹਿਰ ਵਿੱਚ ਆਏ 4 ਦਿਨ ਹੀ ਹੋਏ ਸੀ ਤੇ ਉਹਨਾਂ ਨੂੰ ਸ਼ਹਿਰ ਵਿੱਚ ਕੁੜੀ ਮਿਲ ਵੀ ਗਈ। ਮੰਮੀ ਕਹਿੰਦੀ, ਬਹੁਤ ਹੀ ਸ਼ਰੀਫ ਤੇ ਚੰਗੀ ਕੁੜੀ ਉਹਨਾਂ ਨੇ ਮੇਰੇ ਵਾਸਤੇ ਲੱਭੀ ਹੈ। ਉਹ ਲੋਕ ਗਰੀਬ ਨੇ ਪਰ ਸ਼ਰੀਫ ਨੇ, ਉਹਨਾਂ ਵਰਗਾ ਕੋਈ ਨਹੀਂ। ਮੰਮੀ ਨੇ ਦੱਸਿਆ, ਮੈਂ ਬਾਜ਼ਾਰ ਲਈ ਨਿਕਲੀ ਸੀ। ਰਸ਼ ਜ਼ਿਆਦਾ ਹੋਣ ਕਰਕੇ ਸੜਕ ਪਾਰ ਨਹੀਂ ਹੋ ਰਹੀ ਸੀ। ਉੱਥੇ ਇੱਕ ਕੁੜੀ ਮਿਲੀ। ਉਸ ਕੁੜੀ ਨੇ ਸੜਕ ਪਾਰ ਕਰਨ ਵਿੱਚ ਮਦਦ ਕੀਤੀ ਸੀ। ਮੰਮੀ ਨੇ ਇੰਨੀ ਹੀ ਦੇਰ ਵਿੱਚ ਉਸ ਬਾਰੇ ਬਹੁਤ ਕੁਝ ਜਾਣ ਲਿਆ ਸੀ। ਮੈਂ ਮੰਮੀ ਨੂੰ ਕਿਹਾ ਕਿ ਮੈਂ ਐਵੇਂ ਕਿਵੇਂ ਕਿਸੇ ਨਾਲ ਵਿਆਹ ਕਰ ਸਕਦਾ ਹਾਂ। ਮੈਂ ਪਹਿਲਾਂ ਆਪ ਉਹਨਾਂ ਲੋਕਾਂ ਨੂੰ ਮਿਲਾਂਗਾ। ਇਹ ਸ਼ਹਿਰ ਹੈ, ਪਿੰਡ ਨਹੀਂ। ਇੱਥੋਂ ਦੇ ਲੋਕ ਨੇਕ ਤੇ ਸ਼ਰੀਫ ਨਹੀਂ ਹੁੰਦੇ। ਮੰਮੀ ਨੇ ਅਗਲੇ ਹੀ ਦਿਨ ਸਭ ਲੋਕਾਂ ਨਾਲ ਗੱਲ ਕੀਤੀ ਤੇ ਮੈਨੂੰ ਉਹਨਾਂ ਦੇ ਘਰ ਮਿਲਾਉਣ ਲੈ ਆਈ। ਉਹ ਲੋਕ ਸੱਚ ਵਿੱਚ ਹੀ ਬਹੁਤ ਨੇਕ ਤੇ ਸ਼ਰੀਫ ਸੀ। ਗਰੀਬੀ ਉਹਨਾਂ ਦੇ ਘਰ ਵਿੱਚ ਦਿਖ ਰਹੀ ਸੀ। ਕੁੜੀ ਦੀ ਮੰਮੀ ਨੇ ਕਿਹਾ ਕਿ ਕੁੜੀ ਅੰਦਰ ਕਮਰੇ ਵਿੱਚ ਬੈਠੀ ਹੈ, ਤੁਸੀਂ ਜਾ ਕੇ ਉਸ ਨੂੰ ਮਿਲ ਸਕਦੇ ਹੋ। ਇਹ ਸੁਣਦੇ ਹੀ ਮੈਂ ਜਲਦੀ ਹੀ ਕਮਰੇ ਵਿੱਚ ਗਿਆ। ਉੱਥੇ ਇੱਕ ਖੂਬਸੂਰਤ ਤੇ ਪਿਆਰੀ ਕੁੜੀ ਬੈਠੀ ਸੀ, ਜਿਸ ਨੂੰ ਦੇਖ ਕੇ ਮੈਂ ਪਹਿਲੀ ਹੀ ਨਜ਼ਰ ਵਿੱਚ ਫਿਦਾ ਹੋ ਗਿਆ। ਉਸ ਕੁੜੀ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ। ਉਹ ਸਿਰ ਝੁਕਾ ਕੇ ਖਾਮੋਸ਼ੀ ਨਾਲ ਬੈਠੀ ਰਹੀ। ਮੈਂ ਵੀ ਉਸ ਨਾਲ ਜ਼ਿਆਦਾ ਗੱਲਾਂ ਕਰਨਾ ਚੰਗਾ ਨਹੀਂ ਸਮਝਿਆ ਕਿਉਂਕਿ ਉਹ ਮੈਨੂੰ ਪਸੰਦ ਆ ਗਈ ਸੀ। ਮੈਂ ਵਾਪਸ ਬਾਹਰ ਆ ਗਿਆ। ਮੈਂ ਮੰਮੀ ਨੂੰ ਵਿਆਹ ਲਈ ਹਾਂ ਦਾ ਇਸ਼ਾਰਾ ਕਰ ਦਿੱਤਾ। ਕੁੜੀ ਦੇ ਘਰਦਿਆਂ ਨੇ ਕਿਹਾ ਕਿ ਉਹ ਜਲਦੀ ਹੀ ਵਿਆਹ ਕਰਨਾ ਚਾਹੁੰਦੇ ਨੇ। ਮੈਂ ਕਿਹਾ ਕਿ ਠੀਕ ਹੈ, ਇਸੇ ਹੀ ਹਫ਼ਤੇ ਵਿੱਚ ਵਿਆਹ ਕਰ ਲੈਂਦੇ ਹਾਂ ਕਿਉਂਕਿ ਮੰਮੀ ਨੇ ਵੀ ਪਿੰਡ ਵਾਪਸ ਜਾਣਾ ਹੈ। ਵਿਆਹ ਦੇ ਨਾਮ 'ਤੇ ਹੀ ਮੈਂ ਬਹੁਤ ਖੁਸ਼ ਹੋ ਗਿਆ ਸੀ। ਮੈਂ ਹੋਟਲ ਦੇ ਪਿੱਛੇ ਵਾਲੇ ਕਮਰੇ ਨੂੰ ਚੰਗੀ ਤਰ੍ਹਾਂ ਮੁਰੰਮਤ ਕਰਵਾ ਦਿੱਤਾ। ਸਾਰਾ ਸਮਾਨ ਵੀ ਮੈਂ ਆਪ ਹੀ ਖਰੀਦਿਆ। ਮੈਂ ਕੁੜੀ ਦੇ ਘਰ ਵਾਲਿਆਂ ਨੂੰ ਕਹਿ ਦਿੱਤਾ ਕਿ ਮੈਨੂੰ ਦਾਜ ਵਿੱਚ ਕੁਝ ਵੀ ਨਹੀਂ ਚਾਹੀਦਾ। ਉਹ ਲੋਕ ਵੈਸੇ ਹੀ ਬਹੁਤ ਗਰੀਬ ਸਨ। ਮੇਰੇ ਕੋਲ ਪੈਸਿਆਂ ਦੀ ਕੋਈ ਕਮੀ ਨਹੀਂ ਸੀ। ਉਸ ਕੁੜੀ ਨਾਲ ਮੇਰਾ ਵਿਆਹ ਹੋ ਗਿਆ। ਮੇਰੀ ਮੰਮੀ ਉਸ ਕੁੜੀ ਨੂੰ ਵਿਦਾ ਕਰਕੇ ਘਰ ਲੈ ਆਈ। ਮੈਂ ਆਪਣੇ ਕਮਰੇ ਨੂੰ ਪੂਰੀ ਤਰ੍ਹਾਂ ਫੁੱਲਾਂ ਨਾਲ ਸਜਾਇਆ ਹੋਇਆ ਸੀ। ਮੈਂ ਆਪਣੀ ਘਰਵਾਲੀ ਨੂੰ ਦੇਣ ਲਈ ਇੱਕ ਸੋਨੇ ਦੀ ਮੁੰਦਰੀ ਬਣਵਾਈ ਸੀ। ਉਹ ਬੜੀ ਘੱਟ ਉਮਰ ਦੀ ਤੇ ਸੋਹਣੀ ਸੀ। ਮੈਂ ਇਹ ਸੋਚ ਪਾਗਲ ਹੋ ਰਿਹਾ ਸੀ ਕਿ ਉਹ ਮੇਰੀ ਘਰਵਾਲੀ ਹੈ। ਮੈਂ ਉਸ ਨਾਲ ਸਾਰੀ ਜ਼ਿੰਦਗੀ ਲੰਘਾਵਾਂਗਾ। ਮੈਂ ਕਮਰੇ ਦੇ ਵਿੱਚ ਪਹੁੰਚਿਆ ਤਾਂ ਉਹ ਸਿਰ ਝੁਕਾਈ ਬੈਠੀ ਸੀ। ਮੈਂ ਜਲਦੀ ਹੀ ਉਸ ਦੇ ਕੋਲ ਗਿਆ। ਮੇਰੇ ਕੋਲੋਂ ਤਾਂ ਇੱਕ ਪਲ ਦਾ ਵੀ ਇੰਤਜ਼ਾਰ ਨਹੀਂ ਹੋ ਰਿਹਾ ਸੀ। ਮੈਂ ਘੁੰਗੜ ਚੁੱਕ ਦਿੱਤਾ। ਉਸ ਦੇ ਚਿਹਰੇ 'ਤੇ ਮੇਰੀ ਨਜ਼ਰ ਪੈਂਦੇ ਹੀ ਮੇਰੇ ਹੋਸ਼ ਉੱਡ ਗਏ। ਮੈਨੂੰ ਲੱਗਾ ਕਿ ਮੈਂ ਕੋਈ ਬੁਰਾ ਸੁਪਨਾ ਦੇਖ ਰਿਹਾ ਹਾਂ। ਇਹ ਤਾਂ ਉਹੀ ਕੁੜੀ ਨਹੀਂ ਸੀ ਜਿਸ ਨੂੰ ਮੈਂ ਵਿਆਹ ਲਈ ਦੇਖਿਆ ਸੀ। ਇਹ ਤਾਂ ਉਹੀ ਕੁੜੀ ਸੀ ਜਿਸ ਨੂੰ ਮੈਂ ਪਹਿਲਾਂ ਹੀ ਲੁੱਟ ਚੁੱਕਿਆ ਸੀ। ਮੈਨੂੰ ਇੰਜ ਲੱਗਿਆ ਕਿ ਫੁੱਲਾਂ ਦੀ ਖੁਸ਼ਬੂ ਨਾਲ ਮੇਰਾ ਦਮ ਘੁੱਟ ਰਿਹਾ ਹੈ। ਮੈਂ ਹੈਰਾਨੀ ਨਾਲ ਉਸ ਦਾ ਚਿਹਰਾ ਦੇਖ ਰਿਹਾ ਸੀ। ਉਹ ਹੌਲੀ ਜਿਹੀ ਮੁਸਕਰਾਹਟ ਲੈ ਕੇ ਮੈਨੂੰ ਦੇਖ ਰਹੀ ਸੀ, ਜਿਵੇਂ ਉਹ ਜਿੱਤ ਚੁੱਕੀ ਹੋਵੇ। ਮੈਂ ਉਸ ਦੇ ਕੋਲੋਂ ਉੱਠ ਕੇ ਖੜਾ ਹੋ ਗਿਆ। ਮੈਂ ਗੁੱਸੇ 'ਚ ਉਸ ਨੂੰ ਪੁੱਛਿਆ ਕਿ ਤੂੰ ਇੱਥੇ ਕੀ ਕਰ ਰਹੀ ਹੈ? ਮੇਰੇ ਘਰਵਾਲੀ ਕਿੱਧਰ ਹੈ? ਉਹ ਮੈਨੂੰ ਕਹਿਣ ਲੱਗੀ, ਤੁਹਾਡੀ ਘਰਵਾਲੀ ਮੈਂ ਹੀ ਹਾਂ ਜਿਸ ਨੂੰ ਤੁਸੀਂ ਲੱਭ ਰਹੇ ਹੋ। ਉਹ ਮੇਰੀ ਛੋਟੀ ਭੈਣ ਹੈ। ਤੇ ਕਹਿੰਦੀ, ਤੁਹਾਨੂੰ ਕੀ ਲੱਗਿਆ ਮੇਰੀ ਜ਼ਿੰਦਗੀ ਖਰਾਬ ਕਰਕੇ ਤੁਸੀਂ ਬੜੀ ਆਸਾਨੀ ਨਾਲ ਆਪਣੀ ਜ਼ਿੰਦਗੀ ਜੀ ਲਓਗੇ? ਤੁਹਾਨੂੰ ਤੁਹਾਡੇ ਕੀਤੇ ਦਾ ਹਿਸਾਬ ਨਹੀਂ ਦੇਣਾ ਪਵੇਗਾ ਕਿ ਜੇ ਤੁਸੀਂ ਇਹੋ ਜਿਹਾ ਸੋਚਿਆ ਸੀ ਤਾਂ ਇਹ ਤੁਹਾਡੀ ਗਲਤੀ ਸੀ। ਇਨਸਾਨ ਨੂੰ ਆਪਣੇ ਕੀਤੇ ਦੀ ਸਜ਼ਾ ਭੁਗਤਣੀ ਪੈਂਦੀ ਹੈ। ਮੈਂ ਤੁਹਾਡੇ ਹੋਟਲ ਖਾਣਾ ਖਾਣ ਆਉਂਦੀ ਸੀ ਕਿਉਂਕਿ ਮੈਂ ਬਹੁਤ ਗਰੀਬ ਸੀ। ਜਦੋਂ ਮੈਂ ਘਰ ਦਾ ਸੌਦਾ ਲੈਣ ਲਈ ਨਿਕਲਦੀ ਸੀ ਤਾਂ ਮੇਰੇ ਕੋਲੋਂ ਭੁੱਖ ਬਰਦਾਸ਼ਤ ਨਹੀਂ ਹੁੰਦੀ ਸੀ ਤੇ ਮੇਰੇ ਕੋਲ ਸਿਰਫ ਸੌਦੇ ਵਾਸਤੇ ਹੀ ਪੈਸੇ ਹੁੰਦੇ ਸੀ। ਇਸ ਕਰਕੇ ਮੈਂ ਹੋਟਲ ਵਿੱਚ ਆ ਕੇ ਚੁੱਪਚਾਪ ਖਾਣਾ ਖਾ ਜਾਂਦੀ ਸੀ। ਮੈਂ ਕਦੇ ਧੋਖਾ ਨਹੀਂ ਦਿੱਤਾ। ਇਹ ਗੱਲ ਤੁਹਾਡੇ ਹੋਟਲ ਦੇ ਵੇਟਰ ਜਾਣਦੇ ਸੀ ਤੇ ਮੇਰੇ ਖਾਣੇ ਦੇ ਪੈਸੇ ਵੀ ਉਹ ਲੋਕ ਬਾਅਦ ਵਿੱਚ ਭਰ ਦਿੰਦੇ ਸੀ। ਪਰ ਤੁਹਾਨੂੰ ਇੰਜ ਲੱਗਾ ਕਿ ਮੈਂ ਇਸ ਦਾ ਫਾਇਦਾ ਚੁੱਕ ਕੇ ਬਿਨਾਂ ਪੈਸੇ ਦਿੱਤੇ ਫਰਾਰ ਹੋ ਜਾਂਦੀ ਹਾਂ। ਜੇ ਤੁਹਾਨੂੰ ਇਸ ਗੱਲ ਤੋਂ ਕੋਈ ਦਿੱਕਤ ਸੀ ਤਾਂ ਤੁਸੀਂ ਮੈਨੂੰ ਪੈਸੇ ਭਰਨ ਨੂੰ ਕਹਿੰਦੇ, ਪਰ ਤੁਸੀਂ ਮੇਰੀ ਗਰੀਬੀ ਤੇ ਭੁੱਖ ਦਾ ਫਾਇਦਾ ਚੁੱਕਿਆ ਤੇ ਆਪਣੀ ਭੁੱਖ ਮਿਟਾਈ। ਮੈਂ ਸੋਚਿਆ ਵੀ ਨਹੀਂ ਸੀ ਕਿ ਇੱਕ ਖਾਣੇ ਦੇ ਬਦਲੇ ਮੈਨੂੰ ਆਪਣੀ ਇੱਜ਼ਤ ਤੋਂ ਹੱਥ ਧੋਣਾ ਪਵੇਗਾ ਤੇ ਇੱਕ ਤੁਹਾਡੇ ਵਰਗਾ ਇਨਸਾਨ ਜੋ ਕਿ ਆਪਣੇ ਆਪ ਨੂੰ ਇੱਕ ਪਿੰਡ ਵਾਲਾ ਇੱਜ਼ਤਦਾਰ ਆਦਮੀ ਮੰਨਦਾ ਹੈ, ਉਹ ਇੱਕ ਸ਼ਹਿਰੀ ਕੁੜੀ ਦੀ ਇੱਜ਼ਤ ਨਾਲ ਖੇਡ ਸਕਦਾ ਹੈ।
ਉਸ ਦਿਨ ਤੋਂ ਬਾਅਦ ਮੈਂ ਕਦੇ ਤੁਹਾਡੇ ਹੋਟਲ ਨਹੀਂ ਆਈ। ਮੈਂ ਭੁੱਖੀ ਜ਼ਰੂਰ ਰਹਿ ਲੈਂਦੀ ਸੀ, ਪਰ ਚਰਿੱਤਰਹੀਨ ਨਹੀਂ ਸੀ ਕਿ ਮੈਂ ਆਪਣੇ ਚਰਿੱਤਰ ਦਾ ਸੌਦਾ ਕਰਦੀ। ਉਸ ਦਿਨ ਤੋਂ ਬਾਅਦ ਮੈਂ ਤੁਹਾਡੇ ਉੱਪਰ ਚੰਗੀ ਤਰ੍ਹਾਂ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ, ਕਿਉਂਕਿ ਮੈਂ ਤੁਹਾਨੂੰ ਮਾफ़ ਨਹੀਂ ਕਰਨਾ ਚਾਹੁੰਦੀ ਸੀ। ਮੈਂ ਤੁਹਾਡੇ ਤੋਂ ਬਦਲਾ ਲੈਣਾ ਸੀ। ਮੇਰੇ ਪਿਤਾ ਇੱਕ ਮਰੀਜ਼ ਹਨ ਤੇ ਮੇਰੀ ਮੰਮੀ ਘਰਾਂ ਦਾ ਕੰਮ ਕਰਕੇ ਥੋੜ੍ਹੇ ਪੈਸੇ ਕਮਾਉਂਦੀ ਹੈ। ਸਾਡੇ ਘਰ ਦਾ ਗੁਜ਼ਾਰਾ ਬਹੁਤ ਔਖਾ ਹੁੰਦਾ ਸੀ, ਪਰ ਅਸੀਂ ਆਪਣੀ ਸ਼ਰੀਫੀ ਰੱਖੀ ਹੋਈ ਸੀ। ਪਰ ਤੁਸੀਂ ਮੇਰੀ ਜ਼ਿੰਦਗੀ ਵਿੱਚ ਸਭ ਕੁਝ ਮਿਟਾ ਦਿੱਤਾ। ਤੁਹਾਡੇ 'ਤੇ ਨਜ਼ਰ ਰੱਖੇ ਹੋਏ ਕੁਝ ਦਿਨ ਹੀ ਹੋਏ ਸੀ ਕਿ ਮੈਨੂੰ ਪਤਾ ਲੱਗਿਆ ਕਿ ਤੁਹਾਡੀ ਮੰਮੀ ਪਿੰਡ ਤੋਂ ਆਈ ਹੈ। ਮੈਂ ਜਾਣ ਬੁੱਝ ਕੇ ਤੁਹਾਡੀ ਮੰਮੀ ਨਾਲ ਨਜ਼ਦੀਕੀ ਵਧਾਈ। ਮੈਨੂੰ ਪਤਾ ਲੱਗਿਆ ਉਹ ਤੁਹਾਡੇ ਲਈ ਕੁੜੀ ਲੱਭ ਰਹੇ ਹਨ। ਮੈਂ ਉਹਨਾਂ ਨੂੰ ਆਪ ਹੀ ਦੱਸ ਦਿੱਤਾ ਕਿ ਮੇਰੇ ਘਰ ਦੇ ਮੇਰੇ ਵਿਆਹ ਦੀ ਫਿਕਰ ਕਰਦੇ ਹਨ। ਅਸੀਂ ਸਾਦਾ ਤੇ ਸ਼ਰੀਫ ਲੋਕ ਹਾਂ। ਹਰ ਕੋਈ ਸਾਡੀ ਸ਼ਰੀਫੀ ਦੀ ਗਵਾਹੀ ਦੇ ਸਕਦਾ ਹੈ। ਤੁਹਾਡੀ ਮੰਮੀ ਨੂੰ ਮੈਂ ਪਹਿਲਾਂ ਨਜ਼ਰ ਵਿੱਚ ਹੀ ਪਸੰਦ ਆ ਗਈ। ਉਹਨਾਂ ਨੇ ਆਪ ਹੀ ਰਿਸ਼ਤੇ ਦੀ ਗੱਲ ਕੀਤੀ। ਮੇਰੇ ਵਾਸਤੇ ਇਹ ਸਭ ਤੋਂ ਚੰਗਾ ਤਰੀਕਾ ਸੀ ਤੁਹਾਡੇ ਕੋਲ ਬਦਲਾ ਲੈਣ ਦਾ। ਤੁਹਾਡੀ ਮੰਮੀ ਨੇ ਦੱਸਿਆ ਕਿ ਤੁਹਾਨੂੰ ਇੱਕ ਸ਼ਰੀਫ ਕੁੜੀ ਤੇ ਇੱਜ਼ਤਦਾਰ ਕੁੜੀ ਚਾਹੀਦੀ ਹੈ। ਮੈਂ ਇੱਕ ਇੱਜ਼ਤਦਾਰ ਤੇ ਸ਼ਰੀਫ ਕੁੜੀ ਸੀ, ਪਰ ਤੁਸੀਂ ਮੈਨੂੰ ਦਾਗਦਾਰ ਕਰ ਦਿੱਤਾ ਸੀ। ਇਸ ਕਰਕੇ ਇਹ ਦਾਗਦਾਰ ਕੁੜੀ ਤੁਹਾਡੀ ਕਿਸਮਤ ਵਿੱਚ ਲਿਖੀ ਜਾਣੀ ਚਾਹੀਦੀ ਸੀ। ਹੁਣ ਤੁਸੀਂ ਜਾ ਕੇ ਆਪਣੀ ਮੰਮੀ ਨੂੰ ਆਪ ਦੱਸੋਗੇ ਕਿ ਮੈਂ ਇੱਕ ਦਾਗਦਾਰ ਕੁੜੀ ਹਾਂ, ਜਿਸ ਨੂੰ ਤੁਸੀਂ ਹੀ ਦਾਗਦਾਰ ਕੀਤਾ ਹੈ। ਉਸ ਦੀ ਗੱਲ ਸੁਣ ਕੇ ਮੈਂ ਹੱਕਾ ਬੱਕਾ ਰਹਿ ਗਿਆ। ਮੈਂ ਆਪਣੀ ਮੰਮੀ ਨੂੰ ਕਿਵੇਂ ਦੱਸ ਸਕਦਾ ਸੀ ਕਿ ਮੈਂ ਕੁੜੀ ਦੀ ਇੱਜ਼ਤ ਨਾਲ ਖੇਡਿਆ ਹਾਂ। ਇਹ ਸੋਚ ਕੇ ਮੇਰੀ ਰੂਹ ਕੰਬ ਗਈ। ਮੇਰੀ ਸੱਚਾਈ ਮੇਰੀ ਮੰਮੀ ਨੂੰ ਪਤਾ ਲੱਗੇਗੀ ਤਾਂ ਉਹ ਮੈਨੂੰ ਸਾਰੀ ਉਮਰ ਮਾफ़ ਨਹੀਂ ਕਰਨਗੇ। ਮੈਂ ਆਪਣੀ ਘਰਵਾਲੀ ਨੂੰ ਕਿਹਾ ਕਿ ਮੇਰੀ ਮੰਮੀ ਨੂੰ ਨਾ ਦੱਸੀ ਕੁਝ ਵੀ, ਤੇ ਉਹ ਕਹਿਣ ਲੱਗੀ ਕਿ ਸਾਰੀ ਉਮਰ ਤੁਹਾਨੂੰ ਇਹ ਰਿਸ਼ਤਾ ਨਿਭਾਉਣਾ ਪਵੇਗਾ। ਉਸ 'ਚ ਇੰਨੀ ਹਿੰਮਤ ਨਹੀਂ ਹੈ ਕਿ ਉਹ ਆਪਣਾ ਲੁੱਟਿਆ ਹੋਇਆ ਵਜੂਦ ਕਿਸੇ ਹੋਰ ਦੇ ਹਵਾਲੇ ਕਰੇ। ਅੱਜ ਮੈਨੂੰ ਅਹਿਸਾਸ ਹੋਇਆ ਕਿ ਮੈਂ ਆਪਣੀ ਹਵਸ ਦੀ ਖਾਤਰ ਕਿਸੇ ਦਾ ਕਿੰਨਾ ਵੱਡਾ ਨੁਕਸਾਨ ਕੀਤਾ ਹੈ। ਅੱਜ ਮੈਨੂੰ ਅਹਿਸਾਸ ਹੋ ਰਿਹਾ ਸੀ। ਉਸ ਨੂੰ ਆਪਣੇ ਕਮਰੇ ਵਿੱਚ ਦੇਖ ਕੇ ਮੈਨੂੰ ਵੀ ਆਪਣੀ ਹੈਸੀਅਤ ਪਤਾ ਲੱਗ ਗਈ। ਮੈਂ ਉਸ ਤੋਂ ਮਾफ़ੀ ਮੰਗੀ। ਉਹ ਕਹਿਣ ਲੱਗੀ ਕਿ ਉਹ ਉਮਰ ਭਰ ਮਾफ़ ਨਹੀਂ ਕਰ ਸਕਦੀ, ਪਰ ਮੇਰੇ ਨਾਲ ਰਹਿਣਾ ਉਸ ਦੀ ਮਜਬੂਰੀ ਹੈ, ਕਿਉਂਕਿ ਇਸੇ ਤਰ੍ਹਾਂ ਉਹ ਮੇਰੇ ਕੋਲੋਂ ਬਦਲਾ ਲੈ ਸਕਦੀ ਹੈ। ਇਨਸਾਨ ਨੂੰ ਉਸ ਦੇ ਕੀਤੇ ਦੀ ਸਜ਼ਾ ਜ਼ਰੂਰ ਮਿਲਦੀ ਹੈ। ਮੇਰੇ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ। ਮੈਂ ਜਿਸ ਨੂੰ ਮਜਬੂਰ ਤੇ ਬੇਬਸ ਸਮਝ ਕੇ ਆਪਣਾ ਨਿਸ਼ਾਨਾ ਬਣਾਇਆ, ਉਹ ਆਪਣੀ ਪੂਰੀ ਤਾਕਤ ਲਗਾ ਕੇ ਅੱਜ ਮੇਰੇ ਕਮਰੇ ਵਿੱਚ ਬੈਠੀ ਹੈ। ਮੈਨੂੰ ਆਪਣੇ ਪਾਪ ਦਾ ਅਹਿਸਾਸ ਹੋ ਗਿਆ। ਮੈਂ ਸੋਚ ਲਿਆ ਸੀ ਕਿ ਹੁਣ ਮੈਂ ਆਪਣੇ ਹੋਟਲ ਦੇ ਕੈਬਿਨ ਵਿੱਚ ਕਮਰੇ ਵੀ ਹਟਾ ਦੇਵਾਂਗਾ ਤੇ ਐਵੇਂ ਮੁੰਡੇ ਕੁੜੀਆਂ ਨੂੰ ਬੈਠਣ ਦੀ ਇਜਾਜ਼ਤ ਨਹੀਂ ਦੇਵਾਂਗਾ ਤੇ ਆਪਣੇ ਫਾਇਦੇ ਲਈ ਇੱਕ ਦੂਸਰੇ ਨੂੰ ਬਰਬਾਦ ਨਹੀਂ ਹੋਣ ਦੇਵਾਂਗਾ ਤੇ ਸ਼ਾਇਦ ਉਹ ਪਾਪ ਕਰਨ ਤੋਂ ਬਚ ਜਾਣ। ਮੈਨੂੰ ਯਕੀਨ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਮੇਰੀ ਪਤਨੀ ਮੇਰਾ ਪਿਆਰ ਪਾ ਕੇ ਮੈਨੂੰ ਮਾफ़ ਕਰ ਦੇਵੇਗੀ। ਉਸ ਦੀ ਸੋਹਣੀ ਸੂਰਤ ਪਹਿਲਾਂ ਵਾਂਗ ਹੀ ਸੋਹਣੀ ਸੀ, ਪਰ ਉਸ ਨੂੰ ਦੇਖ ਕੇ ਮੇਰੀ ਨਜ਼ਰ ਝੁਕ ਜਾਇਆ ਕਰਦੀ ਸੀ। ਸੋ ਦੋਸਤੋ, ਇਹੋ ਜਿਹੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ।